ਸਾਡੇ ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜਿਹੜੀ ਚਰਚਾ ਕਰਨ ਜਾ ਰਹੇ ਹਾਂ ਕਿਉਂਕਿ ਚੋਣਾਂ ਸਿਰ ਤੇ ਨੇ ਅਮਰੀਕਾ ਦੇ ਵਿੱਚ ਔਰ ਕਾਫੀ ਦੋਨੋਂ ਪਾਰਟੀਆਂ ਜਿਹੜੀਆਂ ਰਿਪਬਲਿਕਨ ਹੋਣ ਜਾਂ ਡੈਮੋਕ੍ਰੇਟ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਨੇ ਕਿ ਕਿਸੇ ਵੀ ਤਰੀਕੇ ਚੋਣਾਂ ਜਿੱਤੀਆਂ ਜਾ ਸਕਣ। ਸਾਡੇ ਨਾਲ ਇਸ ਵੇਲੇ ਡਿਸਕਸ਼ਨ ਕਰਨ ਲਈ ਅੱਜ ਮੌਜੂਦ ਨੇ ਨਿਸ਼ਾ ਸ਼ਰਮਾ ਜੀ ਜਿਹੜੇ ਕਿ ਕੈਲੀਫੋਰਨੀਆ ਦੇ 11ਵੇਂ ਡਿਸਟ੍ਰਿਕਟ ਦੇ ਕਾਂਗਰੈਸ਼ਨਲ ਡਿਸਟ੍ਰਿਕਟ ਦੇ ਕੈਂਡੀਡੇਟ ਨੇ ਰਿਪਬਲਿਕਨ ਪਾਰਟੀ ਤੋਂ ਔਰ ਜਿਹੜੀ ਪ੍ਰਾਇਮਰੀ ਹੋਈ ਸੀ ਉਹਦੇ 'ਚ ਜਿੱਤ ਕੇ ਰਿਪਬਲਿਕਨ ਕੈਂਡੀਡੇਟ ਜਿਹੜੇ ਹੁਣ ਜਨਰਲ ਚੋਣ ਲੜਨਗੇ। ਤੁਹਾਡਾ ਸਵਾਗਤ ਹੈ ਜੀ PTC ਵਿੱਚ। ਔਰ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਇੱਕ ਪੰਜਾਬਣ ਦੇਖੀ ਹੈ ਜਿਹੜੀ ਕਿ ਚੋਣ ਲੜਨ ਜਾ ਰਹੀ ਹੈ ਜਨਰਲ ਦੇ ਵਿੱਚ ਔਰ ਬੜੇ ਦਿਲ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡੇ ਪੰਜਾਬੀ ਭਾਈਚਾਰਾ ਵੀ ਇਸ ਪਾਸੇ ਨੂੰ ਉੱਪਰ ਆ ਰਿਹਾ। ਤੁਹਾਡਾ ਇਸ ਬਾਰੇ ਕੀ ਕਹਿਣਾ? ਥੈਂਕ ਯੂ ਸੋ ਮਚ ਸੰਜੀਵ ਜੀ। ਸਭ ਤੋਂ ਪਹਿਲਾਂ ਤੇ ਮੈਨੂੰ PTC ਤੇ ਇਨਵਾਈਟ ਕਰਨ ਲਈ ਤੇ ਮੈਨੂੰ ਇਹ ਪਲੇਟਫਾਰਮ ਪ੍ਰੋਵਾਈਡ ਕਰਨ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਹਾਂ। ਡੈਫੀਨੇਟਲੀ ਬਹੁਤ ਪ੍ਰਾਊਡ ਫੀਲਿੰਗ ਹੈ ਮੇਰੇ ਲਈ ਵੀ ਕਿ ਮੈਂ ਆਪਣੀ ਪੰਜਾਬੀ ਕਮਿਊਨਿਟੀ ਵੱਲੋਂ ਨਿਕਲ ਕੇ ਉੱਭਰ ਕੇ ਬਾਹਰ ਆ ਰਹੀ ਹਾਂ ਤੇ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ। ਮੇਰੇ ਲਈ ਵੀ ਬਹੁਤ ਪ੍ਰਾਊਡ ਮੂਮੈਂਟ ਹੈਗੀ ਇਹ। ਔਰ ਪਹਿਲੀ ਤਾਂ ਗੱਲ ਹੈ ਕਿ ਇੱਥੇ ਦੇਖਣ 'ਚ ਇਹ ਆਇਆ ਕਿ ਖਾਸ ਕਰਕੇ ਜੇ ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਉਹਨਾਂ ਦਾ ਜ਼ਿਆਦਾ ਇੰਟਰਸਟ ਪੰਜਾਬ ਦੇ ਵਿੱਚ ਹੀ ਹੈ। ਚਾਹੇ ਉਹਨਾਂ ਦੀ ਵੋਟ ਉੱਥੇ ਨਹੀਂ ਹੈਗੀ ਕਿਉਂਕਿ ਇੱਥੇ ਆ ਕੇ ਸੈਟਲ ਹੋ ਗਏ, ਨਾ ਉਹਨਾਂ ਦੇ ਬੱਚਿਆਂ ਨੇ ਸ਼ਾਇਦ ਉੱਥੇ ਜਾ ਕੇ ਕਦੀ ਸੈਟਲ ਹੋਣਾ, ਪੂਰੀ ਫੈਮਿਲੀ ਇੱਥੇ ਸੈਟਲ ਹੋ ਚੁੱਕੀ ਹੈ, ਲੇਕਿਨ ਉਹਨਾਂ ਦਾ ਰੁਝਾਨ ਦੇਖਿਆ ਵਾ ਅਕਸਰ ਵੀ ਪੰਜਾਬ 'ਚ ਹੀ ਆ ਜਾਂ ਉੱਥੇ ਦੀ ਪੋਲਿਟਿਕਸ ਇੰਡੀਅਨ ਪੋਲਿਟਿਕਸ 'ਚ ਹੀ ਆ। US ਪੋਲਿਟਿਕਸ ਦੇ ਵਿੱਚ ਉਹ ਜ਼ਿਆਦਾ ਪਾਰਟੀਸਪੇਟ ਨਹੀਂ ਕਰਦੇ। ਤੁਹਾਡਾ ਇਸ ਬਾਰੇ ਕੀ ਕਹਿਣਾ ਕਿਉਂਕਿ ਤੁਸੀਂ ਬੇ ਏਰੀਏ ਵੱਲ ਤੁਸੀਂ ਸਾਰਾ ਉੱਧਰ ਦੇਖਦੇ ਹੋ ਕਿਉਂਕਿ ਮੈਂ ਸੈਂਟਰਲ ਵੈਲੀ ਤੋਂ ਗੱਲ ਕਰ ਰਿਹਾ ਤੇ ਬੇ ਏਰੀਏ ਦੇ ਵਿੱਚ ਵੀ ਕੀ ਇਹੋ ਜਿਹਾ ਹੀ ਰੁਝਾਨ ਕੁਛ ਹੁੰਦਾ? ਬਿਲਕੁਲ ਦੇਖਣ ਵਿੱਚ ਤੇ ਇਹ ਆਉਂਦਾ ਹੈ ਕਿ ਜਿਹੜੇ ਆਪਣੀ ਪੰਜਾਬੀ ਭੈਣ ਭਰਾ ਨੇ ਉਹ ਜ਼ਿਆਦਾ ਪੋਲਿਟਿਕਸ ਦੇ ਵਿੱਚ US ਪੋਲਿਟਿਕਸ ਦੇ ਵਿੱਚ ਇੰਨਾ ਐਕਟਿਵਲੀ ਪਾਰਟਿਸਿਪੇਟ ਨਹੀਂ ਕਰਦੇ। ਐਕਚੁਅਲੀ ਮੇਰਾ ਪੋਲਿਟਿਕਸ ਦੇ ਵਿੱਚ ਆਉਣ ਦਾ ਮੇਨ ਰੀਜ਼ਨ ਹੀ ਇਹ ਰਿਹਾ ਹੈ ਬਿਕੋਜ਼ ਮੈਂ ਦੇਖ ਰਹੀ ਸੀਗੀ ਕਿ ਸਾਨੂੰ ਰੈਪਰੈਜ਼ੈਂਟੇਸ਼ਨ ਹੈ ਹੀ ਨਹੀਂਗੀ US ਕਾਂਗਰਸ ਵਿੱਚ। ਸਾਡੀਆਂ ਕੀ ਜ਼ਰੂਰਤਾਂ ਨੇ, ਸਾਡੀ ਕੀ ਆਵਾਜ਼ ਹੈ, ਉਹ ਉੱਥੇ ਤੱਕ ਪਹੁੰਚ ਹੀ ਨਹੀਂ ਪਾ ਰਹੀ। ਤੇ ਮੈਂ ਪ੍ਰਭੂ ਦੀ ਕਿਰਪਾ ਨਾਲ ਇੱਥੇ ਆਪਣੀ ਫੈਮਿਲੀ ਨਾਲ ਰਹਿ ਰਹੀ ਹਾਂ ਬਟ ਮੈਂ ਵੈਰੀ ਮੱਚ ਵਰੀਡ ਆ ਉਹਨਾਂ ਦੇ ਫਿਊਚਰ ਨੂੰ ਲੈ ਕੇ ਕਿ ਅਸੀਂ ਇੱਥੇ ਆ ਤੇ ਗਏ ਹਾਂ ਆਪਣਾ ਅਮਰੀਕਨ ਡ੍ਰੀਮ ਪੂਰਾ ਕਰਨ ਲਈ ਤੇ ਅਸੀਂ ਕਰ ਵੀ ਰਹੇ ਹਾਂ ਬਟ ਆਉਣ ਵਾਲੇ ਟਾਈਮ ਵਿੱਚ ਕੀ ਅਸੀਂ ਆਪਣੇ ਬੱਚਿਆਂ ਵਾਸਤੇ ਉਦਾਂ ਦੇ ਹਾਲਾਤ ਛੋੜ ਕੇ ਜਾ ਰਹੇ ਹਾਂ ਕਿ ਨਹੀਂ ਜਾ ਰਹੇ? ਬਿਲਕੁਲ। ਔਰ ਕਾਫੀ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਹੁਣ ਸੈਂਸਸ 2020 ਦੇ ਵਿੱਚ ਵੀ ਇਹਨਾਂ ਨੇ ਸਪੈਸ਼ਲ ਦੇ ਦਿੱਤਾ ਵਾ ਪ੍ਰੋਵੀਜ਼ਨ। ਹਾਂਜੀ। ਲੇਕਿਨ ਉਹਦੇ ਵਿੱਚ ਵੀ ਮੈਨੂੰ ਇੰਨਾ ਲੱਗਦੀ ਨਹੀਂ ਕਿ ਕੋਈ ਜ਼ਿਆਦਾ ਕੋਈ ਉਸ ਲੈਵਲ ਦੀ ਜਿਸ ਹਿਸਾਬ ਨਾਲ ਆਪਾਂ ਸੋਚਦੇ ਆ ਵੀ ਉਸ ਲੈਵਲ ਦੀ ਪਾਰਟਿਸਪੇਸ਼ਨ ਹੋ ਰਹੀ ਹੈ। ਬਿਲਕੁਲ ਪਾਰਟਿਸਿਪੇਸ਼ਨ ਵਿੱਚ ਅਸੀਂ ਬਿਗ ਟਾਈਮ ਲੈਕ ਕਰ ਰਹੇ ਹਾਂ ਇਹਦੇ ਵਿੱਚ ਤੇ ਮੈਂ ਸਾਰਿਆਂ ਨੂੰ ਬੜਾ ਇਨਕਰੇਜ ਵੀ ਕਰਦੀ ਹਾਂ ਪਰਸਨਲ ਲੈਵਲ ਤੇ ਜਾਂ ਜਿੱਥੇ ਵੀ ਮੀਟਿੰਗਸ ਵਿੱਚ ਮੈਂ ਮਿਲਦੀ ਹਾਂ। ਈਵਨ ਪ੍ਰਾਇਮਰੀ ਟਾਈਮ ਤੇ ਚਲੋ ਕੋਵਿਡ ਰਿਸਟ੍ਰਿਕਸ਼ਨਸ ਨਹੀਂ ਸੀਗੀਆਂ ਸੋ ਮੈਂ ਆਪਣੇ ਡਿਸਟ੍ਰਿਕਟ ਵਿੱਚ ਜਿੰਨੇ ਵੀ ਗੁਰਦੁਆਰੇ ਆਏ ਮੈਂ ਉੱਥੇ ਆਈ ਥਿੰਕ ਬਾਰ ਗਈ, ਐਵਰੀ ਸੰਡੇ ਗਈ, ਉਹਨਾਂ ਨਾਲ ਇੰਟਰੈਕਸ਼ਨਸ ਕੀਤੀਆਂ, ਗੱਲਬਾਤ ਕੀਤੀ ਤੇ ਬੜਾ ਉਹਨਾਂ ਨੂੰ ਐਨਕਰੇਜ ਕੀਤਾ ਕਿ ਡੂ ਮੇਕ ਸ਼ੋਰ ਉਹ ਰਜਿਸਟਰ ਕਰਨ। ਉਹ ਤੁਹਾਨੂੰ ਹੱਲਾਸ਼ੇਰੀ ਦੇਣੀ ਪਈ ਜਾ ਕੇ। ਆਈ ਥਿੰਕ ਉਹਨਾਂ ਨੂੰ ਅੰਦਰੋਂ ਹਜੇ ਸਮਝ ਨਹੀਂ ਆ ਰਹੀ ਕਿ ਜੇ ਅਸੀਂ ਹੁਣ ਬਾਹਰ ਨਿਕਲ ਕੇ ਨਹੀਂ ਇਸ ਚੀਜ਼ ਬਾਰੇ ਗੱਲ ਕਰ ਰਹੇ ਨਾ ਤੇ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਸ ਵਾਸਤੇ ਕੋਈ ਇੰਨਾ ਅੱਛਾ ਸਟਰੋਂਗ ਪਲੇਟਫਾਰਮ ਨਹੀਂ ਛੱਡ ਕੇ ਜਾਵਾਂਗੇ। ਬਿਲਕੁਲ। ਤੇ ਮੋਸਟਲੀ ਆਪਾਂ ਚਾਹੁੰਦੇ ਹਾਂ ਕਿ ਗੁਰਪੁਰਬ ਆ ਰਿਹਾ, ਵਿਸਾਖੀ ਆ ਰਹੀ ਆ, ਕੋਈ ਆਪਣੇ ਪੰਜਾਬੀ ਕਲਚਰ ਨੂੰ ਲੈ ਕੇ ਕੋਈ ਵੀ ਇਵੈਂਟਸ ਹੋ ਰਹੇ ਨੇ, ਵੀ ਵਾਂਟ ਕਿ ਸਾਡੇ ਕਿਡਸ ਉਹਦੇ ਵਿੱਚ ਪਾਰਟਿਸਿਪੇਟ ਕਰਨ, ਪ੍ਰਾਊਡਲੀ ਅੱਗੇ ਆਣ। ਕਿਸ ਤਰ੍ਹਾਂ ਆਣਗੇ? ਉਹ ਇਸੇ ਤਰ੍ਹਾਂ ਆਣਗੇ ਜਦੋਂ ਸਾਡੇ ਬੈਠੇ ਪੰਜਾਬੀ ਭੈਣ ਭਰਾ ਸਾਡੇ ਲਈ ਰਿਪਰੈਜ਼ੈਂਟ ਕਰ ਰਹੇ ਨੇ, ਕਾਂਗਰਸ ਵਿੱਚ ਬੈਠੇ ਆ, ਸੈਨੇਟ ਵਿੱਚ ਬੈਠੇ ਨੇ ਤੇ ਉਹ ਪ੍ਰਾਊਡਲੀ ਸਾਡੇ ਕਲਚਰ ਨੂੰ ਉੱਥੇ ਜਿੰਨੀ ਦੇਰ ਮੇਰੇ ਹਿਸਾਬ ਨਾਲ ਜਿੰਨੀ ਦੇਰ ਅਸੀਂ ਆਪਣੀ ਪਰਸੈਂਟੇਜ ਉੱਥੇ ਪ੍ਰੈਜ਼ੈਂਟ ਨਹੀਂ ਕਰਦੇ ਵੀ ਅਸੀਂ ਇੰਨੇ % ਆ ਜੀ ਤਦ ਸਾਡੀ ਸੁਣੀ ਜਾਏਗੀ। ਬਿਲਕੁਲ। ਜਿੰਨੀ ਦੇਰ ਅਸੀਂ ਆਪਣੀ ਗਿਣਤੀ ਨਹੀਂ ਦੱਸਦੇ ਤੇ ਸਾਡੀ ਮੈਨੂੰ ਨਹੀਂ ਲੱਗਦਾ ਕੋਈ ਸੁਣੇਗਾ। ਬਿਲਕੁਲ ਨੰਬਰਸ ਮੈਟਰ ਕਰਦੇ ਨੇ, ਬਹੁਤ ਜ਼ਿਆਦਾ ਮੈਟਰ ਕਰਦੇ ਨੇ। ਤੁਸੀਂ ਕੰਸੈਂਸਸ ਵਿੱਚ ਪਾਰਟ ਲਓ। ਮੈਂ ਐਨਕਰੇਜ ਕੀਤਾ ਸੀ ਬਹੁਤ ਜ਼ਿਆਦਾ। ਮੈਂ ਆਪਣੇ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਂ ਜਿੱਥੇ ਵੀ ਮੈਂ ਗਈ ਆਈ ਰੀਅਲੀ ਐਨਕਰੇਜ ਕਿ ਤੁਸੀਂ ਪਲੀਜ਼ ਇਹਨਾਂ ਚੀਜ਼ਾਂ ਵਿੱਚ ਪਾਰਟਿਸਿਪੇਟ ਕਰੋ, ਆਪਣੀ ਹੋਂਦ ਜਤਾਓ। ਬਿਲਕੁਲ ਦੱਸਣੀ ਪੈਣੀ ਹੈ। ਬਿਲਕੁਲ ਤੁਹਾਨੂੰ ਦੱਸਣੀ ਪਏਗੀ ਤਾਂ ਹੀ ਤੁਹਾਨੂੰ ਰਾਈਟ ਰਿਪਰੈਜ਼ੈਂਟੇਸ਼ਨ ਵੀ ਮਿਲੇਗੀ। ਔਰ ਦੂਸਰੀ ਗੱਲ ਹੈ ਜਿੱਦਾਂ ਆਪਣਾ ਪੰਜਾਬੀ ਭਾਈਚਾਰਾ ਸੇਵਾ ਭਾਵ 'ਚ ਲੱਗਾ ਹੁੰਦਾ, ਗੁਰੂ ਘਰਾਂ ਦੇ ਵਿੱਚ ਲੰਗਰ ਚੱਲਦੇ ਨੇ, ਕਿਤੇ ਵੀ ਕੁਦਰਤੀ ਆਪਦਾ ਆ ਗਈ ਆ, ਸਾਡਾ ਪੰਜਾਬੀ ਭਾਈਚਾਰਾ ਸਭ ਤੋਂ ਉੱਪਰ, ਸਿੱਖ ਭਾਈਚਾਰਾ ਸਭ ਤੋਂ ਉੱਪਰ ਖੜਾ ਹੁੰਦਾ, ਸਭ ਤੋਂ ਅੱਗੇ ਖੜਾ ਹੁੰਦਾ, ਚਾਹੇ ਉਹ ਫਾਈਨੈਂਸ਼ੀਅਲੀ ਹੈਲਪ ਕਰਨ ਲਈ ਹੋਵੇ, ਚਾਹੇ ਮੋਰਲੀ ਸਪੋਰਟ ਕਰਨ ਲਈ ਹੋਵੇ। ਤੇ ਇਹੋ ਜਿਹੇ ਵਿੱਚ ਲੋਕਾਂ ਨੂੰ ਸਾਡੇ ਬਾਰੇ 'ਚ ਪਤਾ ਹੌਲੀ ਹੌਲੀ ਲੱਗ ਰਿਹਾ, ਲੇਕਿਨ ਸਰਕਾਰ ਨੂੰ ਕਿੱਦਾਂ ਪਤਾ ਲੱਗੇਗਾ? ਬਿਲਕੁਲ
ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਮਦਦ ਕਰਨ ਵਾਸਤੇ ਸਿਰਫ ਇਸੇ ਫੀਲਡ ਵਿੱਚ ਨਹੀਂ, ਆਪਣੀ ਪੰਜਾਬੀ ਕਮਿਊਨਿਟੀ ਮੋਸਟ ਲਾਅ ਅਬਾਈਡਿੰਗ ਕਮਿਊਨਿਟੀ, ਹਾਈਐਸਟ ਟੈਕਸ ਪੇਇੰਗ ਕਮਿਊਨਿਟੀ ਮੰਨੀ ਜਾਂਦੀ ਹੈ। Definitely. ਆਪਾਂ ਇਕਨੋਮੀ ਵਿੱਚ ਤੇ ਬੜਾ ਕੰਟਰੀਬਿਊਟ ਕਰਦੇ ਹਾਂ, ਬਟ ਆਪਾਂ ਇਹ ਨਹੀਂ ਦੇਖ ਪਾ ਰਹੇ ਕਿ ਸਾਡੀ ਵੌਇਸ ਹੀ ਹੈ ਨਹੀਂਗੀ, ਅਸੀਂ ਕੀ ਵਿਸ਼ਵਾਸ ਕਰਦੇ ਹਾਂ, ਸਾਡਾ ਬਿਲੀਫ ਸਿਸਟਮ ਕੀ ਹੈਗਾ। ਹੁਣ ਸਾਡੇ ਕੱਪੜਿਆਂ ਨੂੰ ਲੈ ਕੇ ਤੁਸੀਂ ਪੱਗ ਦੀ ਗੱਲ ਕਰ ਲਓ, ਤੁਸੀਂ ਬੀਅਰਡ ਦੀ ਗੱਲ ਕਰ ਲਓ, ਕਿੰਨੀ ਮਿਸ ਰਿਪਰੈਜ਼ੈਂਟੇਸ਼ਨ ਹੋ ਜਾਂਦੀ ਹੈ, ਮਿਸ ਅੰਡਰਸਟੈਂਡਿੰਗਸ ਹੋ ਰਹੀਆਂ ਨੇ। ਸਾਡੇ ਭਾਈਚਾਰੇ ਨੇ ਕਿੰਨਾ ਝੱਲਿਆ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ, ਉਹ ਕਿਸ ਤਰ੍ਹਾਂ ਦੂਰ ਹੋਏਗਾ। ਮੈਂ ਤੇ ਘਰ ਬੈਠ ਕੇ ਇਹ ਚੀਜ਼ਾਂ ਨਹੀਂ ਦੇਖ ਸਕਦੀ। ਮੈਨੂੰ ਲੱਗਾ ਕਿ ਮੈਂ ਤੇ ਖੜੀ ਹੋਵਾਂਗੀ ਆਪਣੇ ਪੰਜਾਬੀ ਭੈਣ ਭਰਾਵਾਂ ਵਾਸਤੇ ਤੇ ਪਹੁੰਚਾਂਗੀ ਤੇ ਰਿਪਰੈਜ਼ੈਂਟ ਕਰਾਂਗੀ ਕਿ ਅਸੀਂ ਕਿੰਨੇ ਪ੍ਰਾਊਡ ਹੈਗੇ ਆ ਆਪਣੇ ਕਲਚਰ ਨੂੰ ਲੈ ਕੇ ਇੱਥੇ। ਅੱਛਾ, ਮੈਂ ਵਿੱਚ ਕਹਿਣ ਲੱਗਾ ਵੀ ਤੁਹਾਡੇ ਪਰਸਨਲ ਤੇ ਕਿ ਪੰਜਾਬ ਤੋਂ ਕਿੱਥੋਂ ਹੋ ਤੁਸੀਂ? ਮੈਂ ਪੰਜਾਬ ਲੁਧਿਆਣੇ ਸ਼ਹਿਰ ਤੋਂ ਹਾਂ ਜੀ। ਅੱਛਾ, ਬੌਰਨ ਬ੍ਰੌਟ ਅਪ ਲੁਧਿਆਣੇ ਸ਼ਹਿਰ ਦੀ ਹਾਂ। ਤੇ ਇੱਥੇ ਕਦੋਂ ਅਮਰੀਕਾ 'ਚ ਕਿਸ ਤਰ੍ਹਾਂ ਸਬਬ ਬਣਿਆ ਆਉਣ ਦਾ? 2004 ਵਿੱਚ ਮੈਂ ਅਮਰੀਕਾ ਆ ਗਈ ਸੀ ਕਿ ਆਪਣਾ ਅਮਰੀਕਨ ਡ੍ਰੀਮ ਪੂਰਾ ਕਰਨ ਲਈ, ਤੇ ਪ੍ਰਭੂ ਦੀ ਕਿਰਪਾ ਨਾਲ ਆਪਾਂ ਨੂੰ ਸਾਰੇ ਪਲੇਟਫਾਰਮ ਮਿਲੇ ਵੀ, ਤੇ ਅੱਜ ਮੈਂ ਕਹਿ ਸਕਦੀ ਹਾਂ ਪੂਰੀ ਗੁਰੂ ਕਿਰਪਾ ਰਹੀ ਸਾਡੇ ਤੇ ਸਕਸੈਸਫੁਲੀ ਹੈਗੇ ਆਪਾਂ ਰੀਅਲ ਏਸਟੇਟ ਐਂਡ ਇਨਵੈਸਟਮੈਂਟ ਬਿਜ਼ਨਸ ਦੇ ਵਿੱਚ। ਤੇ ਮੈਂ ਆਪਣੇ ਹਸਬੰਡ ਦੇ ਨਾਲ, ਆਪਣੀ 3 ਬੱਚੇ ਨੇ ਮੇਰੇ, ਤੇ ਅਸੀਂ ਆਪਣੀ ਫੈਮਿਲੀ ਨੂੰ ਬੜਾ ਅੱਛਾ ਇੱਥੇ ਰੇਜ਼ ਕਰ ਰਹੇ ਹਾਂ। ਬਟ ਆਈ ਥਿੰਕ ਐਜ਼ ਅ ਕੰਸਰਨਡ ਸਿਟੀਜ਼ਨ, ਐਜ਼ ਅ ਕੰਸਰਨਡ ਮਦਰ, ਮੈਂ ਚਾਹੁੰਦੀ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਚੋਂ ਵੀ ਉੱਪਰ ਕੇ ਬਾਹਰ ਆਈਏ। ਸਿਰਫ ਬਿਜ਼ਨਸ ਨਹੀਂ, ਸਿਰਫ ਇਕਨੋਮੀ ਨਹੀਂ, ਆਈ ਥਿੰਕ ਪੋਲੀਟੀਕਲ ਅਰੀਨਾ ਵੀ ਬਹੁਤ ਇੰਪੋਰਟੈਂਟ ਹੈ। ਐਜ਼ ਅ ਰਿਪਬਲਿਕਨ ਕਿਹੜੇ ਇਸ਼ੂ ਲੈ ਕੇ ਤੁਸੀਂ ਉਤਰੇ ਹੋ ਮੈਦਾਨ ਦੇ ਵਿੱਚ? ਸੰਜੀਵ ਜੀ, ਮੇਰੇ ਇਸ਼ੂਜ਼ ਉਹੀ ਨੇ ਜੋ ਇੱਕ ਆਮ ਜਨਤਾ ਨੂੰ ਹਮੇਸ਼ਾ ਤੋਂ ਹੀ ਪਰੇਸ਼ਾਨ ਕਰਦੇ ਆ ਰਹੇ ਨੇ। ਮੇਰੀ ਡਿਸਟ੍ਰਿਕਟ 11 ਬੜੀ ਡਾਈਵਰਸਡ ਡਿਸਟ੍ਰਿਕਟ ਹੈਗੀ ਆ। ਹਰ ਤਰੀਕੇ ਦੇ ਲੋਕ, ਹਾਈ ਐਂਡ ਇਨਕਮ ਤੋਂ ਲੈ ਕੇ ਲੋਅਰ ਵੇਜਿਸ ਤੱਕ ਦੇ ਜਿਹੜੇ ਲੋਕ ਹੁੰਦੇ ਨੇ, ਹਰ ਤਰੀਕੇ ਦੇ ਲੋਕ ਹੈਗੇ ਨੇ ਉੱਥੇ। ਸੋ ਉਹ ਡਾਈਵਰਸਿਟੀ ਦੇ ਵਿੱਚ ਜਦੋਂ ਅਸੀਂ ਆਪਣੀ ਰਿਸਰਚ ਕਰਵਾਈ ਸੀਗੀ, ਇੱਕ ਸਰਵੇ ਕਰਵਾਇਆ ਸੀ, ਉਹਦੇ ਵਿੱਚ ਮੇਨ ਪ੍ਰੋਬਲਮਸ ਜਿਹੜੀਆਂ ਆਈਆਂ ਸੀ ਉਹ ਕੋਵਿਡ ਕਾਰਨ ਹੁਣ ਬਹੁਤ ਚੇਂਜ ਹੋ ਗਈਆਂ ਨੇ। ਸੋ ਫਸਟ ਜਿਹੜਾ ਕੁਐਸਚਨ ਆਂਦਾ ਉਹ ਇਕਨੋਮੀ ਨੂੰ ਲੈ ਕੇ ਹੀ ਆ ਰਿਹਾ ਹੈ। ਬਿਕਾਜ਼ ਵੈਸੇ ਤੇ ਅੰਡਰ ਟਰੰਪ ਐਡਮਿਨਿਸਟ੍ਰੇਸ਼ਨ ਕੈਲੀਫੋਰਨੀਆ ਦੀ ਅਨਐਮਪਲੋਇਮੈਂਟ ਵਾਸ ਐਟ ਇਟਸ ਲੋਐਸਟ, ਬਹੁਤ ਹੀ ਅੱਛਾ ਕੰਮ ਸੀ। ਬਟ ਕੋਵਿਡ ਦੇ ਆਉਣ ਨਾਲ ਕਾਫੀ ਸਿਨੈਰੀਓ ਚੇਂਜ ਹੋ ਗਿਆ। ਸੋ ਮੇਰਾ ਹੁਣ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਰਹੇਗਾ ਉਹ ਇਹੀ ਰਹੇਗਾ ਕਿ ਰੀਓਪਨ ਇਕਨੋਮੀ, ਆਪਣੀ ਰੀਓਪਨ ਕੈਲੀਫੋਰਨੀਆ। ਬਿਕਾਜ਼ ਮੇਰੀ ਡਿਸਟ੍ਰਿਕਟ ਵਿੱਚ ਜਿਹੜੇ ਲੋਅਰ ਵੇਜ ਇਨਕਮ ਨੇ ਉਹਨਾਂ ਨੂੰ ਤੇ ਬਹੁਤ ਮੁਸ਼ਕਿਲ ਆ ਰਹੀ ਆ ਆਪਣੀ ਡੇ ਟੂ ਡੇ ਰਿਕੁਆਇਰਮੈਂਟਸ ਨੂੰ ਮੀਟ ਅਪ ਕਰਨ ਵਿੱਚ। ਬਿਕਾਜ਼ ਬੇ ਏਰੀਆ ਬਹੁਤ ਐਕਸਪੈਂਸਿਵ ਹੈਗਾ। ਡੈਫੀਨੇਟਲੀ ਉੱਥੇ ਆਪਣੀ ਤੁਸੀਂ ਰੈਂਟ ਨੂੰ ਪੂਰਾ ਕਰਨਾ ਹੀ ਆਪਣੇ ਆਪ ਵਿੱਚ ਹਮੇਸ਼ਾ ਬਹੁਤ ਮੁਸ਼ਕਿਲ ਇੱਕ ਰੀਜ਼ਨ ਬਣਿਆ ਰਿਹਾ ਮੇਰੇ ਕਨਸਟੀਟਿਊਐਂਟਸ ਦੇ ਵਾਸਤੇ। ਸੋ ਜਦ ਤੱਕ ਇਕਨੋਮੀ ਨਹੀਂ ਓਪਨ ਹੁੰਦੀ, ਜਦ ਤੱਕ ਲੋਕ ਵਾਪਸ ਕੰਮਾਂ ਤੇ ਨਹੀਂ ਪਹੁੰਚ ਰਹੇ, ਤੇ ਅਸੀਂ ਕੁਝ ਵੀ ਅੱਗੇ ਮੂਵ ਅਹੈਡ ਨਹੀਂ ਕਰ ਸਕਦੇ ਹੈਗੇ। ਬਟ ਕਿਸ ਤਰ੍ਹਾਂ ਕਰਨਾ ਹੈ ਉਹਨੂੰ ਹੀ ਲੈ ਕੇ ਸਾਡੇ ਨਵੇਂ ਪ੍ਰੋਗਰਾਮਸ ਨੇ, ਕੀ ਪ੍ਰੀਕਾਸ਼ਨਸ ਲੈਣੇ ਆ ਤੇ ਕਿੱਦਾਂ ਸੇਫਲੀ ਆਪਣੀ ਕਨਸਟੀਟਿਊਐਂਸੀ ਵਾਸਤੇ ਮੈਂ ਆਪਣੀ ਜਿਹੜੀ ਡਿਸਟ੍ਰਿਕਟ 11 ਹੈਗੀ ਉਹਨੂੰ ਰੀਓਪਨ ਕਰਾਂ। ਕਿਉਂਕਿ ਰੀਓਪਨਿੰਗ ਦੀ ਜਿੱਥੇ ਤੱਕ ਗੱਲ ਆਉਂਦੀ ਹੈ ਉਹਦੇ 'ਚ ਇਹ ਨਹੀਂ ਲੱਗਦਾ ਕਿ ਕੈਲੀਫੋਰਨੀਆ ਤਾਂ ਕਾਫੀ ਰੀਓਪਨ ਹੋ ਗਿਆ ਹੈ, ਲੇਕਿਨ ਜਿਹੜੀਆਂ ਸਟੇਟਸ ਲਾਕਡਾਊਨ ਹੀ ਨਹੀਂ ਹੋਈਆਂ, ਹਾਂਜੀ, ਉਹਨਾਂ ਵਿੱਚ ਉਸ ਵੇਲੇ ਕੋਵਿਡ ਨਹੀਂ ਦਿਖਿਆ, ਬਾਅਦ 'ਚ ਇੱਕਦਮ ਦਿਖਣਾ ਸ਼ੁਰੂ ਹੋਇਆ। ਰੀਸੈਂਟ ਜਿਹੜਾ ਹੈ ਨਿਊਯਾਰਕ ਔਰ ਨਿਊ ਜਰਸੀ, ਜਿਹੜਾ ਇਹਨੂੰ ਲੱਗਦਾ ਵੀ ਜਿੱਦਾਂ ਸੈਕੰਡ ਵੇਵ ਦਾ ਝਟਕਾ ਜਿਹੜਾ ਸ਼ੁਰੂ ਹੋਇਆ ਉੱਥੇ। ਔਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਕਦਮ ਰੀਓਪਨ ਹੋ ਜਾਏਗਾ ਤੇ ਕੋਵਿਡ ਦਾ ਖਤਰਾ ਬਣਿਆ ਰਹੇਗਾ? ਤਾਂ ਹੀ ਤੇ ਮੈਂ ਕਹਿ ਰਹੀ ਨਾ ਕਿ ਹੁਣ ਸਾਨੂੰ ਕਾਫੀ ਟਾਈਮ ਹੋ ਚੁੱਕਾ ਕੋਵਿਡ ਨੂੰ ਫਾਈਟ ਕਰਦੇ ਹੋਏ, ਤੇ ਕਾਫੀ ਐਕਸਪੀਰੀਅੰਸ ਨਾਲ ਆਪਾਂ ਦੇਖ ਸਕਦੇ ਹਾਂ ਕਿ ਇਕਨੋਮੀ ਨੂੰ ਜੇ ਓਪਨ ਕੀਤਾ ਜਾਏ ਤੇ ਵਿਦ ਪ੍ਰੀਕਾਸ਼ਨਸ ਹੀ ਕੀਤਾ ਜਾਵੇ। ਅਸੀਂ ਕਾਫੀ ਉਹਨਾਂ ਚੀਜ਼ਾਂ ਤੇ ਧਿਆਨ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ, ਮਾਸਕ ਯੂਜ਼, ਹੈਂਡ ਸੈਨੀਟਾਈਜ਼ਰਸ, ਤੇ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਆਪਾਂ ਨੂੰ ਇਸਤੇਮਾਲ ਕਰਨਾ ਹੈ। ਤੇ ਆਬਵੀਅਸਲੀ ਨੰਬਰ ਆਫ ਪੀਪਲ ਪ੍ਰੈਜ਼ੈਂਟਡ ਐਟ ਵਨ ਪਲੇਸ, ਉਹਨਾਂ ਦੇ ਉੱਪਰ ਵੀ ਕਾਫੀ ਆਪਾਂ ਕੰਮ ਕਰ ਰਹੇ ਹਾਂ। ਵਿਦ ਇਨ ਮਾਈ ਗਰੁੱਪ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਇਹਤਿਆਤ ਵੀ ਵਰਤ ਰਹੇ ਹਾਂ। ਮੇਰਾ ਕਹਿਣਾ ਇਹ ਹੈ ਕਿ ਕੋਵਿਡ ਇੱਕਦਮ ਤੇ ਚਲਾ ਨਹੀਂ ਜਾਏਗਾ। ਡੈਫੀਨਿਟਲੀ it's a thing that we are learning to cope up with, ਹੈ ਨਾ। ਵੈਕਸੀਨ ਆ ਜਾਏਗਾ ਪ੍ਰਭੂ ਦੀ ਕਿਰਪਾ ਨਾਲ, ਆਮ ਸ਼ੋਰ ਬਹੁਤ ਉਹਦਾ ਪੋਜ਼ਿਟਿਵ ਰਿਸਪੌਂਸ ਆਪਾਂ ਨੂੰ ਦੇਖਣ ਨੂੰ ਮਿਲੇਗਾ। ਬਟ ਜੋ ਪੁਆਇੰਟ ਹੈਗਾ ਕਿ ਕਿੰਨੀ ਦੇਰ ਤੁਸੀਂ ਕੈਲੀਫੋਰਨੀਆ ਨੂੰ ਜਾਂ ਯੂਐਸਏ ਨੂੰ ਬੰਦ ਰੱਖ ਸਕਦੇ ਹੋ, ਕਿਸੇ ਵੀ ਦੇਸ਼ ਦੀ ਇਕਨੋਮੀ ਨੂੰ ਕਿੰਨੀ ਦੇਰ ਬੰਦ ਕਰ ਸਕਦੇ ਹੋ। ਇੱਥੇ ਐਜ਼ ਐਨ ਇਮੀਗ੍ਰੇਸ਼ਨ ਮੈਨੂੰ ਪਤਾ ਹੈ ਮੋਸਟ ਆਫ ਜਿਹੜੇ ਇਮੀਗ੍ਰੈਂਟਸ ਇੱਥੇ ਆਉਂਦੇ ਨੇ ਉਹ ਆਪਣੇ ਅਮਰੀਕਨ ਡ੍ਰੀਮ ਲਈ ਹੀ ਆਉਂਦੇ ਨੇ ਕਿ ਉਹਨਾਂ ਨੇ ਇੱਥੇ ਆ ਕੇ ਹਾਰਡ ਵਰਕ ਕਰਨਾ ਹੈ ਤੇ ਸਕਸੈਸਫੁਲ ਹੋਣਾ ਹੈ ਆਪਣੀ ਲਾਈਫ ਵਿੱਚ। ਤੇ ਉਹ ਪਲੇਟਫਾਰਮ ਨਹੀਂ ਆਪਾਂ ਲੋਕਾਂ ਕੋਲੋਂ ਲੈ ਸਕਦੇ। ਡੈਫੀਨੇਟਲੀ ਵੀ ਨੀਡ ਟੂ ਮੇਕ ਸ਼ੋਰ ਦੈਟ ਕਿ ਵੀ ਕੰਸੀਡਰ ਆਲ ਦੀ ਪ੍ਰੀਕਾਸ਼ਨਸ, ਬਟ ਵੀ ਹੈਵ ਟੂ ਰੀਓਪਨ। ਇੱਕ ਦੂਸਰਾ ਇਸ਼ੂ ਜਿਹੜਾ ਆ ਰਿਹਾ ਵਾ, ਸ਼ਾਇਦ ਤੁਹਾਨੂੰ ਚਾਹੇ ਉਹਨਾਂ ਦੀ ਵੋਟ ਨਹੀਂ ਹੈ, H1B ਵੀਜ਼ਾ ਵਗੈਰਾ ਜਿਹੜੇ ਇਮੀਗ੍ਰੈਂਟਸ ਇੱਥੇ ਆ ਰਹੇ, ਜਿੱਦਾਂ ਟਰੰਪ ਦਾ ਇੱਕੋ ਹੀ ਮੋਟਿਵ ਰਿਹਾ ਵਾ, ਬੀ ਅਮਰੀਕਨ ਬਾਏ ਅਮਰੀਕਨ,
ਜੀ ਹਾਇਰ ਅਮਰੀਕਨ, ਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਇਹਦੇ ਵਿੱਚ ਕੁਝ ਤੁਹਾਨੂੰ ਉੱਥੇ ਡਰਾਬੈਕ ਹੋਏਗਾ? ਕਿਉਂਕਿ ਬੇ ਏਰੀਆ ਜਿਹੜਾ ਹੈ ਉਹ ਇਸ it is because Silicon Valley ਤੇ mostly highly populated with H1B visas ਹੈਗੀ ਆ, and ਮੈਂ ਉਹਨਾਂ ਨਾਲ ਵੀ ਬੜਾ ਕਲੋਜ਼ਲੀ ਕੰਮ ਕਰ ਰਹੀ ਹਾਂ। as an their representative ਮੈਂ ਡੈਫੀਨਿਟਲੀ ਇਸ ਚੀਜ਼ ਵੱਲ ਕੰਮ ਕਰਾਂਗੀ ਕਿ ਇੱਕ ਫੇਅਰ ਇਮੀਗ੍ਰੇਸ਼ਨ ਲਾਜ਼ ਹੋਣੇ ਚਾਹੀਦੇ ਆ। why? because ਮੈਂ ਜੋ ਦੇਖ ਪਾ ਰਹੀ ਹਾਂ ਡੈਮੋਕ੍ਰੈਟਿਕ ਐਸਟੈਬਲਿਸ਼ਮੈਂਟ ਕੀ ਕਰ ਰਹੀ ਆ, they are not working on securing our borders ਹੈ ਨਾ। ਆਪਾਂ ਨੂੰ ਉਧਰ ਕੰਮ ਕਰਨਾ ਹੀ ਪਏਗਾ ਤਾਂ ਕਿ ਜਿਹੜੇ ਆਲਰੇਡੀ ਲੋਕ ਇੱਥੇ ਕਿਊਜ਼ ਚ ਹੈਗੇ ਨੇ, ਜਿਹੜੇ ਲਾਈਨ ਵਿੱਚ ਲੱਗੇ ਨੇ H1B ਵੀਜ਼ਾਸ, ਉਹਨਾਂ ਨੂੰ ਪ੍ਰਾਥਮਿਕਤਾ ਮਿਲ ਸਕੇ, ਉਹਨਾਂ ਨੂੰ ਪ੍ਰੈਫਰੈਂਸ ਮਿਲੇ। why? because ਇਹ ਲੋਕ ਤੇ ਹਾਰਡ ਵਰਕ ਕਰਕੇ ਅਮਰੀਕਾ ਦੀ ਇਕਨੋਮੀ ਵਿੱਚ ਆਲਰੇਡੀ ਬਹੁਤ ਕੰਟਰੀਬਿਊਟ ਕਰ ਰਹੇ ਆ। ਬਟ ਇਲੀਗਲ ਪੀਪਲ ਜੇ ਆਪਾਂ ਉਹਨਾਂ ਦੇ ਉੱਪਰ ਬਾਂਧ ਨਹੀਂ ਲਾ ਪਾਵਾਂਗੇ ਤੇ ਇਕਨੋਮੀ ਦੇ ਉੱਪਰ ਤੇ ਬਰਡਨ ਪੈ ਰਿਹਾ। ਡੈਫੀਨਿਟਲੀ। ਸੋ H1B ਵੀਜ਼ਾਸ ਵਾਲਿਆਂ ਦੀ ਹੈਲਪ ਉਦੋਂ ਹੀ ਹੋ ਪਾਏਗੀ ਜਦੋਂ ਅਸੀਂ ਆਪਣੀ ਇਲੀਗਲ ਇਮੀਗ੍ਰੇਸ਼ਨ ਦੇ ਉੱਪਰ ਥੋੜੇ ਕਾਨੂੰਨ ਨੂੰ ਸੀਰੀਅਸਲੀ ਲਵਾਂਗੇ। ਬਿਲਕੁਲ। ਤੇ ਉਹੀ ਪੈਸਾ ਜਿਹੜਾ ਹੈਗਾ H1B ਵੀਜ਼ਾਸ ਦੇ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਦਾ ਜਿਹੜਾ ਪੂਰਾ ਪ੍ਰੋਸੀਜਰ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਐਕਸਪੀਡਾਈਟ ਕਰ ਸਕਦੇ ਹਾਂ। ਐਂਡ ਡੈਫੀਨਿਟਲੀ ਜੋ ਮੈਨੂੰ ਸੁਣਨ ਚ ਆਇਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਵੀ ਇਸ ਚੀਜ਼ ਬਾਰੇ ਸੋਚ ਰਹੀ ਆ ਤੇ ਕਾਫੀ ਸਾਰੇ ਗ੍ਰੀਨ ਕਾਰਡਸ ਵੀ ਉਹਨਾਂ ਨੇ ਲਿਮਿਟ ਹੋਰ ਵਧਾ ਦੇਣੀ ਹੈ। ਬਿਕੋਜ਼ ਮੈਂ ਜਾਣਦੀ ਹਾਂ ਕਿੰਨੀਆਂ ਪਰਸਨਲ ਫੈਮਿਲੀਜ਼ ਨੂੰ ਜਾਣਦੀ ਹਾਂ ਜਿਹੜੀ 20 ਸਾਲ ਤੋਂ ਇੱਥੇ ਆਏ ਹੋਏ ਆ, ਬੱਚੇ ਇੱਥੇ ਬੌਰਨ ਹੋ ਗਏ, ਉਹ ਕੀ ਕਰਨਗੇ? ਉਹਨਾਂ ਨੂੰ ਪ੍ਰੈਫਰੈਂਸ ਮਿਲਣੀ ਚਾਹੀਦੀ ਆ। ਕਿਉਂਕਿ ਇਹ ਪਿੱਛੇ ਗ੍ਰੀਨ ਕਾਰਡ ਦਾ ਤਾਂ ਇਦਾਂ EB2 ਔਰ EB3 ਦਾ ਸੀਗਾ, ਇਹਨਾਂ ਦਾ EB3 ਦੇ ਵਿੱਚ ਡੇਟ ਇਹਨਾਂ ਨੇ ਕਾਫੀ ਅੱਗੇ ਵਧਾਈ ਹੈ। ਹਾਂਜੀ। ਲੇਕਿਨ ਉਹ ਕਿਉਂ ਹੋਇਆ ਕਿ ਸ਼ਾਇਦ ਫੈਮਿਲੀ ਪਟੀਸ਼ਨਸ ਘਟ ਗਈਆਂ ਸੀ ਕੋਵਿਡ ਕਾਰਨ, ਕਿਉਂਕਿ ਮੈਸੇਜ ਕਰਤੀ ਉਹਦਾ ਕਰਕੇ ਜਿੰਨਾ ਉਹਦਾ ਬਚਿਆ ਉਹ ਇਸ ਚ ਆ ਗਿਆ, ਕਿਉਂਕਿ ਗ੍ਰੀਨ ਕਾਰਡ ਦੀ ਓਨੀ ਐਪਲੀਕੇਸ਼ਨ ਚਾਹੀਦੀਆਂ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਤਾਜ਼ਾ ਜਿਹੜਾ ਨਵਾਂ ਵਾ ਹੋਰ ਰਿਸਟ੍ਰਿਕਸ਼ਨਸ ਆ ਰਹੀਆਂ H1B ਤੇ, ਉਹ ਟੈਂਪਰੇਰੀ ਨੇ ਸੰਜੀਵ ਜੀ। ਬਿਕਾਜ਼ ਆਫ ਕੋਵਿਡ ਰਿਸਟ੍ਰਿਕਸ਼ਨ ਆਪਾਂ ਨੂੰ ਹਜੇ ਪਹਿਲਾਂ ਜਿਹੜੇ ਲੋਕ ਆਲਰੇਡੀ ਇਸ ਕੰਟਰੀ 'ਚ ਬੈਠੇ ਉਹਨਾਂ ਦਾ ਧਿਆਨ ਦੇਣਾ ਜ਼ਰੂਰੀ ਹੈਗਾ। ਸਰਕਾਰ ਦਾ ਧਿਆਨ ਬਿਲਕੁਲ ਆਪਣੇ ਸਿਟੀਜ਼ਨਸ ਤੇ ਆਪਣੀ ਕਨਸਟੀਟਿਊਐਂਟਸ ਤੇ ਹੋਣਾ ਇਸ ਟਾਈਮ ਜ਼ਰੂਰੀ ਆ। ਜਿੱਥੇ ਤੱਕ ਮੈਨੂੰ ਮਾਲੂਮ ਹੈ ਆਪਣੇ ਜਿਸ ਤਰ੍ਹਾਂ ਹੀ ਕੋਵਿਡ-19 ਦੀ ਸਿਚੁਏਸ਼ਨ ਆਪਣੀ ਅੰਡਰ ਕੰਟਰੋਲ ਆਏਗੀ ਇਹ ਸਾਰਾ ਕੁਝ ਦੁਬਾਰਾ ਤੋਂ ਰੀਓਪਨ ਕਰ ਦਿੱਤਾ ਜਾਏ। ਇੱਕ ਹੋਮਲੈਸਨੈਸ ਉੱਥੇ ਉਹ ਬਹੁਤ ਵੱਡਾ ਇਸ਼ੂ ਹੈ ਮੇਰੀ ਡਿਸਟ੍ਰਿਕਟ ਵਿੱਚ ਤੇ ਉਹ ਬੜਾ ਹੀ ਪ੍ਰਾਇੋਰਟੀ ਲਿਸਟ ਵਿੱਚ ਆਂਦਾ ਹੈ। ਬਿਕਾਜ਼ ਆਫਟਰ ਸੈਨ ਫ੍ਰਾਂਸਿਸਕੋ ਜਿਹੜੀ ਹੋਮਲੈਸ ਪੋਪੂਲੇਸ਼ਨ ਹੈ ਉਹ ਮਾਈਗ੍ਰੇਟ ਕਰਕੇ ਆਲਮੋਸਟ ਮੇਰੀ ਡਿਸਟ੍ਰਿਕਟ ਵਿੱਚ ਹੀ ਤੁਹਾਡੇ ਡਿਸਟ੍ਰਿਕਟ ਚ ਕਿਹੜੇ ਸਿਟੀਜ਼ ਆ ਜਾਂਦੇ ਨੇ? ਆਲਮੋਸਟ 21 ਸਿਟੀਜ਼ ਆਂਦੀਆਂ ਨੇ। ਮੈਂ ਕੁਝ ਦੇ ਨਾਮ ਲੈ ਦਿੰਨੀ ਹਾਂ। ਇਟਸ ਡੈਨਵਿਲ, ਵਾਲਨਟ ਕ੍ਰੀਕ, ਕੌਂਕਰਡ, ਕਲੇਟਨ, ਬੇ ਪੁਆਇੰਟ, ਪਿਟਸਬਰਗ, ਸੈਨ ਮਾਰਕੋ ਤੇ ਰਿਚਮੰਡ, ਐਲ ਸਰੀਟੋ, ਐਲਸ ਬ੍ਰਾਂਟੇ। ਇਟਸ ਹਿਊਜ 21 ਆਈ ਥਿੰਕ ਸੋ। ਇੱਥੇ ਮੈਨੂੰ ਲੱਗਦਾ ਜਿਹੜੇ ਤੁਸੀਂ ਨਾਮ ਲਿੱਤੇ ਨਾ ਇਹ ਇੱਥੇ ਇਹਨੇ ਜਨਰਲ ਨਹੀਂ ਹੈਗੇ ਨਾਮ। ਕਾਰਨ ਇਹ ਹੈ ਕਿ ਸ਼ਾਇਦ ਉੱਥੇ ਸਾਡੇ ਇੰਡੀਅਨਸ ਘੱਟ ਨੇ ਜਾਂ ਉੱਥੇ ਏਸ਼ੀਅਨ ਪਾਪੂਲੇਸ਼ਨ। ਰਾਈਟ। ਏਸ਼ੀਅਨ ਪਾਪੂਲੇਸ਼ਨ ਡਿਸਟ੍ਰਿਕਟ 11 ਵਿੱਚ ਆਲਮੋਸਟ ਆਲ ਟੁਗੇਦਰ 14% ਆਂਦੀ ਹੈ। ਬਟ ਗੁਰੂ ਘਰ ਬਹੁਤ ਬਣੇ ਹੋਏ ਨੇ ਸਾਡੇ ਉਧਰ। ਐਲਸ ਬ੍ਰਾਂਟੇ ਦਾ ਪਿਟਸਬਰਗ ਵਿੱਚ ਨੇ। ਤੁਸੀਂ ਆਓਗੇ ਤੁਹਾਨੂੰ ਉੱਥੇ ਆ ਕੇ ਪਤਾ ਲੱਗੇਗਾ। ਜਿੱਥੇ ਸਿੱਖ ਸੰਗਤ ਪਹੁੰਚ ਗਈ ਉੱਥੇ ਤਾਂ ਗੁਰੂ ਦਾ ਨਾਮ ਤਾਂ ਆਣਾ ਹੀ ਆਣਾ ਜੀ, ਉੱਥੇ ਡੈਫੀਨੇਟਲੀ ਆਣਾ। ਹੈਲਥ ਕੇਅਰ ਬਾਰੇ ਤੁਹਾਡੇ ਕੀ ਇਸ਼ੂਜ਼ ਵਿੱਚ, ਤੁਸੀਂ ਕੀ ਹੈਲਥ ਕੇਅਰ ਨੂੰ ਵੀ ਆਪਣਾ ਇਸ਼ੂ ਬਣਾ ਰਹੇ ਹੋ? ਹੈਲਥ ਕੇਅਰ ਵਿੱਚ ਇਹੀ ਇਸ਼ੂਜ਼ ਹੈ ਕਿ ਜਦੋਂ ਸਾਡੇ ਵੈਟਰਨਸ ਜਿਹੜੇ ਹੈਗੇ ਨੇ ਨਾ ਉਹ ਆਪਣੀ ਲਾਈਫ ਤੁਹਾਡੇ ਲਈ ਸੈਕਰੀਫਾਈਸ ਕਰ ਚੁੱਕੇ ਆ, ਉਹ ਆਪਣੀ ਕੰਟਰੀ ਨੂੰ ਆਪਣਾ ਆਪ ਪੂਰਾ ਦੇ ਕੇ ਬੈਠੇ ਹੋਏ ਨੇ ਤੇ ਹੁਣ ਉਹਨਾਂ ਦੇ ਰਿਟਾਇਰਮੈਂਟ ਦੇ ਵਿੱਚ ਆਈ ਰੀਅਲੀ ਵਾਂਟ ਕਿ ਉਹਨਾਂ ਨੂੰ ਪੂਰਾ ਸਰਕਾਰ ਵੱਲੋਂ ਜਿਹੜੀ ਹੈ ਨਾ ਸਪੋਰਟ ਮਿਲਣੀ ਚਾਹੀਦੀ ਆ। ਇੱਕ ਨਾਲੇ ਨਾਰਮਲ ਲੋਕਾਂ ਵਾਸਤੇ ਮੈਂ ਕਹੂੰਗੀ ਇੱਕ ਟਰਾਂਸਪੇਰੈਂਸੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਇਹਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ। ਇਫ ਯੂ ਫਾਈਂਡ ਆਊਟ ਕਿ ਕਿਸ ਤਰ੍ਹਾਂ ਡਾਇਬੀਟੀਜ਼ ਦੀ ਮੈਡੀਸਿਨ ਦਾ ਕਿੰਨਾ ਪ੍ਰਾਈਸ ਜਿਹੜਾ ਹੈਗਾ ਲੋ ਕੋਟ ਕਰ ਦਿੱਤਾ ਗਿਆ ਹੈਗਾ ਤੇ ਆਈ ਐਮ ਵੈਰੀ ਪੋਜ਼ਿਟਿਵ ਅਬਾਊਟ ਇਟ। ਤੇ ਮੇਰਾ ਜਿਹੜਾ ਪੁਆਇੰਟ ਹੈਗਾ ਟੁਵਰਡਸ ਆਪਣੇ ਮੈਡੀਕਲ ਵਾਸਤੇ ਮੈਂ ਇਹ ਚਾਹੂੰਗੀ ਕਿ ਟਰਾਂਸਪੇਰੈਂਸੀ ਹੋਰ ਹੋਏ ਤਾਂ ਕਿ ਕੰਪੀਟੀਸ਼ਨ ਵਧੇ। ਇੱਕ ਵੇਲਾ ਹੋ ਗਿਆ ਜੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ ਤੁਹਾਡੇ ਸਾਹਮਣੇ। ਇਸੇ ਤਰ੍ਹਾਂ ਚਰਚਾ ਨਿਸ਼ਾ ਸ਼ਰਮਾ ਹੋਣਾ ਨਾਲ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਸਾਡੀ ਚਰਚਾ ਚੱਲ ਰਹੀ ਸੀ ਨਿਸ਼ਾ ਸ਼ਰਮਾ ਜੀ ਨਾਲ, ਜਿਹੜੇ ਕਿ ਕੈਲੀਫੋਰਨੀਆ ਦੇ 11ਵੇਂ ਕੰਗਰੈਸ਼ਨਲ ਡਿਸਟ੍ਰਿਕਟ ਵਿੱਚੋਂ ਰਿਪਬਲਿਕਨ ਕੈਂਡੀਡੇਟ ਨੇ। ਜਨਰਲ ਇਲੈਕਸ਼ਨਾਂ ਸਿਰ ਤੇ ਨੇ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਨਿਸ਼ਾ ਜੀ ਵੀ ਕੈਲੀਫੋਰਨੀਆ ਡੈਮੋਕ੍ਰੈਟਿਕ ਸਟੇਟ ਮੰਨਿਆ ਜਾਂਦਾ ਹੈ ਔਰ ਜਿਹੜੇ ਤੁਹਾਡੇ ਓਪੋਨੈਂਟ ਕੈਂਡੀਡੇਟ ਨੇ ਡੈਮੋਕ੍ਰੇਟ ਦੇ ਮਾਰਕ, ਉਹ ਤਾਂ ਸਿਆਸਤ ਵਿੱਚ ਪਿਛਲੇ ਲੰਬੇ ਅਰਸੇ ਤੋਂ ਨੇ। ਤੁਸੀਂ ਪਹਿਲੀ ਵਾਰ ਆਏ ਸਿਆਸਤ 'ਚ, ਕਿੱਦਾਂ ਮੁਕਾਬਲਾ ਤੁਸੀਂ ਸੋਚਦੇ ਹੋ ਉਹਨਾਂ ਨਾਲ ਕਰਨ ਦਾ?
ਮੈਂ ਇਹਦਾ ਸਿੰਪਲੀ ਤੁਹਾਨੂੰ ਇਹੀ ਆਨਸਰ ਦੇਵਾਂਗੀ ਕਿ ਮੈਂ ਕੈਰੀਅਰ ਪੋਲੀਟੀਸ਼ੀਅਨ ਤੇ ਹੈ ਨਹੀਂ ਯੂ نو ਮੈਂ ਕੈਰੀਅਰ ਆਲਰੇਡੀ ਅਸੀਂ ਆਪਣਾ ਬਣਾ ਲਿਆ ਹੈ। ਮੈਂ ਪੋਲਿਟਿਕਸ ਵਿੱਚ ਇਸੇ ਲਈ ਸਟੈਪ ਅਪ ਕਰ ਰਹੀ ਹਾਂ ਤਾਂ ਕਿ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਦੀ ਆਪਣੀ ਇੰਡੀਅਨ ਕਮਿਊਨਿਟੀ ਦੀ ਨਾ ਆਵਾਜ਼ ਬਣ ਸਕਾਂ, ਆਪਣੀ ਡਿਸਟ੍ਰਿਕਟ 11 ਦੇ ਜਿਹੜੇ ਕਨਸਟੀਟਿਊਐਂਟਸ ਨੇ ਉਹਨਾਂ ਦੀ ਆਵਾਜ਼ ਬਣ ਸਕਾਂ। ਬਿਕੋਜ਼ ਮਾਰਕ ਡਿਸੋਲਨੀਏ ਜਿਹੜੇ ਮੇਰੇ ਇਨਕੰਬੈਂਟ ਹੈਗੇ ਆ ਰਾਈਟ ਨਾਓ, ਉਹ ਡੈਮੋਕ੍ਰੈਟਿਕ ਪਾਰਟੀ ਤੋਂ ਜ਼ਰੂਰ ਨੇ, ਬਟ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈਗਾ ਜਾਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਦੀ ਆਪਾਂ ਜੇ ਗੱਲ ਕਰੀਏ ਨਾ, ਉਹਨਾਂ ਨੇ ਅੱਛਾ ਕੰਮ ਨਹੀਂ ਕੀਤਾ ਬਿਲਕੁਲ ਵੀ। ਬਹੁਤ ਹੀ ਲੇਡ ਬੈਕ ਪਰਸਨ ਨੇ ਜਿਹੜੇ ਯੂ نو ਜਸਟ ਆਈ ਥਿੰਕ ਉਹ ਜੋ ਉਸ ਕੁਰਸੀ ਦੇ ਨਾਲ ਤੁਹਾਨੂੰ ਅਮੈਨਿਟੀਜ਼ ਮਿਲ ਰਹੀਆਂ ਉਹਨਾਂ ਨੂੰ ਇੰਜੋਏ ਕਰ ਰਹੇ ਨੇ। ਰਿਪਰੈਜ਼ੈਂਟੇਸ਼ਨ ਵਿੱਚ ਮੇਰੀ ਡਿਸਟ੍ਰਿਕਟ ਬਿਲਕੁਲ ਵੀ ਹੈਪੀ ਨਹੀਂ ਉਹਨਾਂ ਨਾਲ। ਮੈਂ ਜਿਹਨੂੰ ਵੀ ਮਿਲਦੀ ਹਾਂ, ਈਵਨ ਮੈਂ ਡੈਮੋਕ੍ਰੈਟਸ ਨੂੰ ਵੀ ਮਿਲਦੀ ਹਾਂ ਨਾ, ਦੇ ਡੋਂਟ ਈਵਨ ਨੋ ਹਿਜ਼ ਨੇਮ। ਤੇ ਕੰਮ ਦੇ ਨਾਮ ਤੇ ਉਹਨਾਂ ਨੇ ਜਸਟ ਪੋਸਟ ਆਫਿਸ 1 ਜਾਂ 2 ਦੇ ਨਾਮ ਚੇਂਜ ਕੀਤੇ ਹੋਣਗੇ ਪਿਛਲੀ 3 ਟਰਮਸ ਦੇ ਵਿੱਚ। ਐਂਡ ਕੈਰੀਅਰ ਪੋਲੀਟੀਸ਼ੀਅਨ ਨੇ। ਮੈਂ ਜਿਹੜੀ ਕੈਂਡੀਡੇਸੀ ਹੈ ਮੇਰੀ, ਮੈਂ ਬਿਲੀਵ ਕਰਦੀ ਹਾਂ ਟਰਮਸ ਦੇ ਵਿੱਚ ਕਿ ਤੁਸੀਂ ਐਨੀ ਟਰਮਸ ਤੋਂ ਬਾਅਦ ਯੂ ਸ਼ੁੱਡ ਰਿਟਾਇਰ। ਈਵਨ ਇਫ ਇਟ ਕਮਸ ਟੂ ਮੀ, ਮੈਂ ਵੀ ਫਿਊ ਟਰਮਸ ਤੋਂ ਬਾਅਦ ਰਿਟਾਇਰ ਹੋਣਾ ਚਾਹਾਂਗੀ ਤੇ ਫਰੈਸ਼ ਆਈਡੀਆਜ਼ ਦੇ ਲਈ ਨਿਊ ਕੈਂਡੀਡੇਟਸ ਨੂੰ ਜਗ੍ਹਾ ਦੇਣਾ ਚਾਹਾਂਗੀ। ਇਹ ਜਿਹੜੀ ਆਪਣੀ ਕੈਰੀਅਰ ਬਣਾ ਲੈਂਦੇ ਨੇ ਨਾ ਪੋਲਿਟਿਕਸ ਵਿੱਚ, ਇਹ ਕੰਟਰੀ ਵਾਸਤੇ ਗੁੱਡ ਨਹੀਂ ਹੈ। You know, we should have terms restriction there ਕਿ any terms ਤੋਂ ਬਾਅਦ you cannot go for elections। So ਮਾਰਕ ਡਿਸੋਲਨੀਆ ਦੇ ਨਾਲ ਇਹੀ ਹੈਗਾ ਕਿ ਮੇਰੀ ਜਿਹੜੀ ਡਿਸਟ੍ਰਿਕਟ ਹੈ ਉਹ ਬਹੁਤ ਅਨਹੈਪੀ ਆ। ਤੇ ਜਦੋਂ ਤੁਸੀਂ ਆਫਿਸ 'ਚ ਬੈਠ ਗਏ ਨਾ ਸੰਜੀਵ ਜੀ, ਤੁਸੀਂ ਉਸ ਟਾਈਮ ਕਿਸੇ ਪਾਰਟੀ ਨੂੰ ਨਹੀਂ ਬਿਲੋਂਗ ਕਰਦੇ। ਡੈਫੀਨਿਟਲੀ ਤੁਸੀਂ ਉਸ ਟਾਈਮ ਪੂਰੀ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਹੋ, ਪੀਪਲ ਨੂੰ, ਉੱਥੇ ਦੇ ਵੋਟਰਸ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ। ਤੇ ਉਹਦੇ ਵਿੱਚ ਹੀ ਲੈਕ ਬਿਗ ਟਾਈਮ ਬਿਕੋਜ਼ ਤੁਸੀਂ ਡੈਮੋਕ੍ਰੈਟਿਕ ਹੋ ਠੀਕ ਹੈ, ਬਟ ਉਸ ਟਾਈਮ ਤੁਸੀਂ ਰਿਪਬਲਿਕਨਸ ਦੇ ਵੀ ਕਾਂਗਰਸਮੈਨ ਹੋ। ਜੇ ਤੁਹਾਨੂੰ ਕਾਂਗਰਸਮੈਨ ਨੂੰ ਇਨਵੀਟੇਸ਼ਨ ਆ ਰਿਹਾ ਵਾਈਟ ਹਾਊਸ ਤੋਂ ਜਾਂ ਕੋਈ ਬਹੁਤ ਬਿਗ ਇਵੈਂਟ ਹੈਗਾ, ਜਸਟ ਬਿਕੋਜ਼ ਤੁਹਾਡੀ ਪਾਰਟੀ ਅਫੀਲੀਏਸ਼ਨ ਡੈਮੋਕ੍ਰੈਟ ਹੈ ਤੇ ਤੁਸੀਂ ਉਹਨੂੰ ਕਹਿ ਦਿੰਦੇ ਹੋ ਕਿ ਮੈਂ ਉਸ ਇਵੈਂਟ ਵਿੱਚ ਨਹੀਂ ਜਾਊਂਗਾ ਬਿਕੋਜ਼ ਮੈਂ ਇਸ ਚੀਜ਼ ਤੋਂ ਅਗਰੀ ਨਹੀਂ ਕਰਦਾ। ਬਟ ਤੁਹਾਡੀ ਕਨਸਟੀਟੂਐਂਸੀ ਵਿੱਚ ਤੇ ਬਹੁਤ ਰਿਪਬਲਿਕਨਸ ਨੇ, ਉਹ ਤੇ ਆਪਣੇ ਰਿਪਰੈਜ਼ੈਂਟੇਟਿਵ ਨੂੰ ਉੱਥੇ ਦੇਖਣਾ ਮੰਗਦੇ ਸੀ। ਤੇ ਹਰ ਵਾਰ ਤੁਸੀਂ ਇਸ ਤਰ੍ਹਾਂ ਡਿਨਾਈ ਕਰਕੇ ਰਾਈਟ ਰਿਪਰੈਜ਼ੈਂਟੇਸ਼ਨ ਨਹੀਂ ਦਿਖਾਈ ਉੱਥੇ। ਯੂ نو ਉਸ ਟਾਈਮ ਤੁਹਾਨੂੰ ਬਿਗ ਹਾਰਟਡ ਹੋ ਕੇ ਤੁਹਾਨੂੰ ਇਹ ਦਿਖਾਣਾ ਚਾਹੀਦਾ ਕਿ ਮੈਂ ਸਾਰਿਆਂ ਵਾਸਤੇ ਹਾਂ, ਮੈਂ ਉੱਥੇ ਪਹੁੰਚਾਂਗਾ, ਹਰ ਇਵੈਂਟ ਵਿੱਚ ਤੁਹਾਨੂੰ ਰਿਪਰੈਜ਼ੈਂਟ ਕਰਾਂਗਾ। ਬਟ ਆਈ ਥਿੰਕ ਉਹ ਉੱਥੇ ਉਹ ਬਹੁਤ ਲੈਕ ਕੀਤੇ ਨੇ ਤੇ ਕਨਸਟੀਟੂਐਂਟਸ ਗਾਟ ਰੀਅਲੀ ਡਿਸਹਾਰਟਨਡ ਬਾਈ ਦੈਟ। ਤੇ ਮੈਂ ਅਸ਼ੋਰ ਕਰਦੀ ਹਾਂ ਵੈਨ ਆਈ ਐਮ ਇਨ ਦੀ ਆਫਿਸ, ਮੈਂ ਆਪਣੇ ਡੈਮੋਕ੍ਰੈਟਿਕ ਜਿਹੜੇ ਕਨਸਟੀਟੂਐਂਟਸ ਨੇ ਉਹਨਾਂ ਨੂੰ ਇਕੁਅਲੀ ਹੀ ਰਿਪਰੈਜ਼ੈਂਟ ਕਰਾਂਗੀ। ਚਾਹੀਦਾ ਵੀ ਉਹੀ ਹੈ, ਡੈਫੀਨੇਟਲੀ ਚਾਹੀਦਾ, ਕਿਉਂਕਿ ਵੋਟ ਇੱਕ ਸੈਪਰੇਟ ਥਿੰਗ ਆ। ਫਿਰ ਜਦੋਂ ਤੁਸੀਂ ਵਿਨ ਕਰਕੇ ਉਸ ਸੀਟ ਤੇ ਆ ਕੇ ਬਹਿ ਗਏ, ਫਿਰ ਤਾਂ ਤੁਹਾਡੀ ਜ਼ਿੰਮੇਵਾਰੀ ਜਿਹੜੀ ਆ ਪੂਰੇ ਉਸ ਕਨਸਟੀਟੂਐਂਸੀ ਲਈ ਬਣ ਜਾਂਦੀ ਹੈ ਕਿ ਉਹਦੇ ਲਈ ਇਹ ਤਾਂ ਹੈ ਨਹੀਂਗਾ ਵੀ ਮੈਂ ਇਹਨੂੰ ਨਹੀਂ ਮਿਲਣਾ, ਇਹਨੂੰ ਨਹੀਂ ਮਿਲਣਾ ਜਾਂ ਇਹਦੇ ਨਾਲ ਕੰਮ ਨਹੀਂ ਕਰਨਾ। ਬਿਲਕੁਲ ਉਹੀ ਚੀਜ਼ ਦੇ ਵਿੱਚ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਰਿਪਬਲਿਕਨ ਪਾਰਟੀ ਤੇ ਰੇਸਿਜ਼ਮ ਦਾ ਬੜਾ ਵੱਡਾ ਮੋਹਰ ਲੱਗੀ ਹੋਈ ਹੈ। ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖਿਆ ਹੋਣਾ ਕਿ ਯੂ نو ਕਿਸ ਤਰ੍ਹਾਂ ਦੀ ਲੈਂਗੁਏਜ ਮੇਰੇ ਅਗੇਂਸਟ ਯੂਜ਼ ਕੀਤੀ ਜਾਂਦੀ ਹੈ। ਅਸੀਂ ਤੇ ਉਸ ਚੀਜ਼ ਨੂੰ ਕਦੀ ਕਿਸੇ ਲਈ ਯੂਜ਼ ਕਰਨਾ ਤੇ ਦੂਰ ਅਸੀਂ ਸੋਚ ਵੀ ਨਹੀਂ ਸਕਦੇ, ਜਿਸ ਤਰ੍ਹਾਂ ਸਾਡੇ ਤੇ ਬਲੇਮਸ ਲਗਾ ਦਿੰਦੇ ਨੇ। ਇਹਨੂੰ ਨਾ ਜਿਹੜਾ ਕੈਂਸਲ ਕਲਚਰ ਹੈਗਾ ਇਹਨੂੰ ਕੰਡੈਮ ਕਰਨਾ ਚਾਹੀਦਾ। ਈਵਨ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਅੱਗੇ ਆ ਕੇ ਕਹਿਣਾ ਚਾਹੀਦਾ ਕਿ ਜਸਟ ਬਿਕੋਜ਼ ਸਾਡੀ ਪਾਰਟੀ ਅਫੀਲੀਏਸ਼ਨ ਰਿਪਬਲਿਕਨ ਆ, ਤੁਸੀਂ ਸਾਡੇ ਉੱਤੇ ਟੈਗ ਲਗਾ ਦਿੰਦੇ ਹੋ ਕਿ ਤੁਸੀਂ ਰੇਸਿਸਟ ਹੋ। ਤੁਸੀਂ ਕੈਂਡੀਡੇਟ ਨੂੰ ਮਿਲੋ, ਤੁਸੀਂ ਉਹਦੀ ਵੈਬਸਾਈਟ ਤੇ ਜਾਓ, ਉਹਦੇ ਇਸ਼ੂਜ਼ ਨੂੰ ਪੜ੍ਹੋ, ਉਹ ਕਿਉਂ ਰਨ ਕਰ ਰਿਹਾ ਜਾਂ ਉਹ ਕਿਸ ਤਰ੍ਹਾਂ ਦਾ ਕੰਮ ਕਰਕੇ ਦੇਣਾ ਚਾਹੁੰਦੇ ਆ ਤੁਹਾਡੇ ਵਾਸਤੇ, ਉਹਨਾਂ ਚੀਜ਼ਾਂ ਤੇ ਧਿਆਨ ਦਿਓ। ਯੂ نو ਇਸ ਸਾਲ ਤੇ ਮੈਂ ਕਹੂੰਗੀ ਪਾਰਟੀ ਅਫੀਲੀਏਸ਼ਨ ਬਿਲਕੁਲ ਵੀ ਨਹੀਂ ਦੇਖਣੀ ਚਾਹੀਦੀ ਲੋਕਾਂ ਨੂੰ। ਦੇ ਸ਼ੁੱਡ ਬੀ ਥਿੰਕਿੰਗ ਕਿ ਉਹ ਕਿਹਦੇ ਨਾਲ ਅਲਾਈਨ ਕਰ ਰਹੇ, ਉਹਨਾਂ ਦੀ ਵੈਲਿਊਜ਼ ਕਿਹਨਾਂ ਨਾਲ ਅਲਾਈਨ ਕਰ ਰਹੀਆਂ ਨੇ, ਉਹਨਾਂ ਦੇ ਇਸ਼ੂਜ਼ ਕੀ ਨੇ। ਮੈਂ ਸਭ ਨੂੰ ਪਰਸਨਲੀ ਇਹੀ ਰਿਕੁਐਸਟ ਕਰੂੰਗੀ ਕਿ ਵੋਟ ਕਰਨ ਤੋਂ ਪਹਿਲਾਂ ਆਪਣਾ ਹੋਮਵਰਕ ਕਰਿਓ, ਕੈਂਡੀਡੇਟਸ ਦੇ ਉੱਪਰ ਰਿਸਰਚ ਕਰਿਓ। ਜੇ ਤੇ ਇਨਕੰਬੈਂਟ ਨੂੰ ਵੋਟ ਪਾਣੀ ਹੈ, ਮੇਕ ਸ਼ੋਰ ਤੁਸੀਂ ਚੈੱਕ ਕਰੋ ਕਿ ਉਹ ਪ੍ਰੋਪਰ ਉਹਨਾਂ ਨੇ ਪਿਛਲੇ ਸਾਲ ਕੀ ਕੰਮ ਕੀਤੇ ਨੇ, ਕੀ ਉਹਨਾਂ ਨੇ ਤੁਹਾਡੇ ਲਈ ਕੁਝ ਅੱਛਾ ਕੰਮ ਕੀਤਾ ਹੈ। ਅਦਰਵਾਈਜ਼ ਮੈਂ ਕਹੂੰਗੀ ਦੂਸਰੇ ਕੈਂਡੀਡੇਟ ਨੂੰ ਜ਼ਰੂਰ ਚਾਂਸ ਦਿੱਤਾ ਜਾਏ ਤਾਂ ਕਿ ਉਹ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਤੁਹਾਨੂੰ ਰਿਪਰੈਜ਼ੈਂਟ ਕਰ ਪਾਣ। ਔਰ ਦੂਸਰਾ ਇੱਕ ਤੁਹਾਨੂੰ ਨਹੀਂ ਲੱਗਦਾ ਵੀ ਹੁਣ ਇਲੈਕਸ਼ਨ ਅਮਰੀਕਾ ਦੀ ਜਿਹੜੀ ਹੈ US ਇਲੈਕਸ਼ਨਸ ਅੱਗੇ ਕਿਸੇ ਵੇਲੇ ਇਹ ਚਰਚਾ ਹੁੰਦੀ ਸੀ ਜਦੋਂ ਅਸੀਂ ਵੀ ਇੰਡੀਆ ਸੀਗੇ, ਦੇਖਦੇ ਹੁੰਦੇ ਸੀ ਵੀ ਜੇ ਰੂਲਿੰਗ ਪਾਰਟੀ ਨੇ ਕੋਈ ਅੱਛਾ ਬਿੱਲ ਪਾਸ ਕਰਤਾ ਤੇ ਜਿਹੜੀ ਓਪੋਜੀਸ਼ਨ ਪਾਰਟੀ ਸੀ ਉਹ ਵੀ ਉਹਨੂੰ ਸਪੋਰਟ ਕਰਦੀ ਹੁੰਦੀ ਸੀ। ਇਹ ਪਤਾ ਸੀਗਾ ਵੀ ਫੋਰਨ ਚ ਇਲੈਕਸ਼ਨ ਇਸ ਹਿਸਾਬ ਨਾਲ ਹੁੰਦੀ ਹੈ। ਲੇਕਿਨ ਹੁਣ ਇੱਥੇ ਨਹੀਂ ਲੱਗਦਾ ਕਿ ਇੱਕ ਦੂਜੇ ਦੇ ਉੱਪਰ ਆਰੋਪ ਪ੍ਰਤੀਰੋਪ ਲਾਉਣ ਤੋਂ ਇਲਾਵਾ ਕੋਈ ਲੋਕਾਂ ਵੱਲ ਧਿਆਨ ਨਹੀਂ ਹੈਗਾ ਪੋਲੀਟੀਸ਼ੀਅਨਸ ਦਾ, ਚਾਹੇ ਰਿਪਬਲਿਕਨ ਨੇ ਚਾਹੇ ਡੈਮੋਕ੍ਰੇਟ ਨੇ। ਇੱਕ ਦੂਜੇ ਤੇ ਕਿਚੜ ਸਿੱਟਣਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਪਰਸਨਲ ਲਾਈਫ ਨੂੰ ਟੱਚ ਕਰਨਾ, ਉਹਨਾਂ ਦੀ ਫੈਮਿਲੀ ਨੂੰ ਟੱਚ ਕਰਨਾ, ਇਹ ਜ਼ਿਆਦਾ ਨਹੀਂ ਹੋ ਗਿਆ?
ਬਿਲਕੁਲ ਜਿੰਨਾ ਡਿਵਾਈਡਡ ਇਸ ਵਕਤ USA ਹੁਣ ਫੀਲ ਕਰ ਰਿਹਾ ਅੱਜ ਹਿਸਟਰੀ ਵਿੱਚ ਕਦੀ ਨਹੀਂ ਹੋਇਆ ਸਟਿਮੂਲਸ ਪੈਕੇਜ ਦੀ ਹੀ ਲੈ ਲਓ ਗੱਲ ਤੁਸੀਂ ਇਸ ਟਾਈਮ ਸਾਡੇ ਅਮਰੀਕਨ ਪੀਪਲ ਨੂੰ ਕਿੰਨੀ ਹੈਲਪ ਦੀ ਜ਼ਰੂਰਤ ਹੈਗੀ ਆ ਡੈਫੀਨਿਟਲੀ ਪਰ ਉਹ ਟਰੰਪ ਸਾਹਿਬ ਨੇ ਮਨਾ ਕੀਤਾ ਟਰੰਪ ਸਾਹਿਬ ਨੇ ਜਦੋਂ ਬਿੱਲ ਪਾਇਆ ਤੇ ਨੈਗੋਸ਼ੀਏਟ ਕਰਨ ਲਈ ਹੁਣ ਜੇ ਆਪਣੇ ਜਿਹੜੇ ਸਪੀਕਰ ਨੈਂਸੀ ਪੈਲੋਸੀ ਉਹ ਨੈਗੋਸ਼ੀਏਟ ਹੀ ਨਹੀਂ ਕਰ ਰਹੇ ਆਈ ਥਿੰਕ ਇਸ ਟਾਈਮ ਤੁਹਾਨੂੰ ਪਾਰਟੀ ਅਫੀਲੀਏਸ਼ਨ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ ਕਿ ਸਟਿਮੂਲਸ ਪੈਕੇਜ ਜਿਹੜਾ ਵਾ ਉਹ ਪਾਰਟੀਆਂ ਨੂੰ ਨਹੀਂ ਹੈਲਪ ਕਰੇਗਾ ਉਹ ਪੋਲਿਟਿਕਸ ਨੂੰ ਨਹੀਂ ਹੈਲਪ ਕਰੇਗਾ ਉਹ ਅਮਰੀਕਨਸ ਨੂੰ ਹੈਲਪ ਕਰੇਗਾ ਤੇ ਇਸ ਟਾਈਮ ਤੇ ਤੁਹਾਨੂੰ ਪੋਲਿਟਿਕਸ ਨੂੰ ਅਸਾਈਡ ਕਰਕੇ ਅਮਰੀਕਨਸ ਬਾਰੇ ਸੋਚਣਾ ਚਾਹੀਦਾ ਬਿਲਕੁਲ ਮੈਂ ਤੁਹਾਡੀ ਗੱਲ ਤੋਂ ਐਗਰੀ ਹਾਂ ਲੇਕਿਨ ਇਹਦੇ ਵਿੱਚ ਮੈਂ ਥੋੜਾ ਜਿਹਾ ਇਹ ਜ਼ਰੂਰ ਕਲੀਅਰ ਕਰਨਾ ਚਾਹੂੰਗਾ ਤੁਹਾਡੇ ਕੋਲੋਂ ਜਾਣਕਾਰੀ ਵੀ ਮਿਲੇਗੀ ਮੈਨੂੰ ਟਰੰਪ ਸਾਹਿਬ ਕਹਿ ਰਹੇ ਕਿ ਮੈਂ ਅਮਰੀਕਨਸ ਨੂੰ ਦਵਾਂਗਾ ਜਿਹੜੇ ਸਿਟੀਜ਼ਨ ਨੇ ਤੇ ਜਿਹੜੇ ਇੱਥੇ ਸਿਟੀਜ਼ਨ ਨਹੀਂ ਨੇ ਟੈਕਸ ਪੇ ਕਰ ਰਹੇ ਨੇ ਕਿ ਉਹ ਬਾਹਰ ਹੋ ਜਾਣਗੇ ਉਹ ਵੀ ਤਾਂ ਇਕਨੋਮੀ ਦਾ ਪਾਰਟ ਪਲੇ ਕਰ ਰਹੇ ਨਾ ਕਰੈਕਟ ਇੱਥੇ ਤੇ ਸਭ ਦਾ ਧਿਆਨ ਦੇਣਾ ਹੀ ਚਾਹੀਦਾ ਜਿਹੜੇ ਇਸ ਲੈਂਡ ਤੇ ਆ ਚੁੱਕੇ ਨੇ ਆਲਰੇਡੀ ਇਸ ਕੰਟਰੀ ਦਾ ਮੈਂ ਇਹ ਕਹਿੰਦਾ ਵੀ ਟੈਕਸ ਜਿਹੜਾ ਪੇ ਕਰ ਰਿਹਾ ਬੰਦਾ ਜਿਹੜਾ ਕੰਮ ਕਰ ਰਿਹਾ ਡੈਫੀਨੇਟਲੀ ਮੈਂ ਹਾਰਡ ਵਰਕ ਦੀ ਮੈਂ ਪ੍ਰੋ ਹਾਰਡ ਵਰਕ ਪਰਸਨ ਆ ਮੈਂ ਆਲਵੇਜ਼ ਉਸ ਚੀਜ਼ ਨੂੰ ਇਨਕਰੇਜ ਕਰਾਂਗੀ ਜਿਹੜੀ ਹਾਰਡ ਵਰਕ ਦੀ ਬਿਊਟੀ ਨੂੰ ਇਸ ਕੰਟਰੀ ਵਿੱਚ ਬਣਾਏ ਰੱਖੇਗਾ ਵੈਲਫੇਅਰ ਨੂੰ ਜਿਹੜੀ ਚੀਜ਼ ਇਨਕਰੇਜ ਕਰੇ ਸੋਸ਼ਲਿਜ਼ਮ ਨੂੰ ਜਿਹੜੀ ਚੀਜ਼ ਇਨਕਰੇਜ ਕਰੇ ਮੈਂ ਉਹਨੂੰ ਕੰਪਲੀਟਲੀ ਕਾਲ ਆਊਟ ਕਰਦੀ ਆ ਕੰਡੈਮ ਕਰਦੀ ਆ ਤੇ ਹਾਰਡ ਵਰਕ ਲਈ ਆਈ ਐਮ ਸਟੈਂਡਿੰਗ ਬਿਹਾਈਂਡ ਮਾਈ ਪੀਪਲ ਡੈਫੀਨਿਟਲੀ ਹੋਰ ਤੁਹਾਡਾ ਕੋਈ ਇਸ਼ੂ ਕੋਈ ਖਾਸ ਜਿਹੜਾ ਤੁਸੀਂ ਸੁਨੇਹਾ ਦੇਣਾ ਚਾਹੋ ਕਿਉਂਕਿ ਪੰਜਾਬੀਆਂ ਦੇ ਵਿੱਚ ਮੈਂ ਚਾਹੁੰਦਾ ਵਾਂ ਕਿ ਸਾਡੇ ਵੱਧ ਤੋਂ ਵੱਧ ਪੰਜਾਬੀ ਜਿਹੜੇ ਆ ਉਹ US ਪੋਲਿਟਿਕਸ 'ਚ ਆਉਣ ਨੌਜਵਾਨ ਪੀੜ੍ਹੀ ਬਹੁਤ ਇੱਥੇ ਐਜੂਕੇਟਿਡ ਵੀ ਹੈਗੀ ਆ ਔਰ ਹਰ ਖਿੱਤੇ ਦੇ ਵਿੱਚ ਇੱਥੇ ਸਾਡੇ ਪੰਜਾਬੀਆਂ ਨੇ ਵੱਖਰਾ ਆਪਣਾ ਨਾਮ ਖੜਾ ਕੀਤਾ ਚਾਹੇ ਐਗਰੀਕਲਚਰ ਦਾ ਫੀਲਡ ਲੈ ਲਓ ਚਾਹੇ ਤੁਸੀਂ ਮੈਡੀਕਲ ਲਾਈਨ ਲੈ ਲਓ ਚਾਹੇ ਤੁਸੀਂ ਇੰਜੀਨੀਅਰਿੰਗ ਲੈ ਲਓ ਚਾਹੇ IT ਸੈਕਟਰ ਲੈ ਲਓ ਬੈਂਕਿੰਗ ਲੈ ਲਓ ਫਾਈਨਾਂਸ ਲੈ ਲਓ ਮਤਲਬ ਕੋਈ ਐਸਾ ਫੀਲਡ ਨਹੀਂ ਜਿਸ 'ਚ ਸਾਡੇ ਪੰਜਾਬੀਆਂ ਨੇ ਆ ਕੇ ਆਪਣਾ ਨਾਮ ਇੱਕ ਵੱਖਰਾ ਮੁਕਾਮ ਨਹੀਂ ਹਾਸਲ ਕੀਤਾ ਤੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਜਿਹੜਾ ਆਪਣਾ ਪੋਲੀਟੀਕਲ ਅਰੀਨਾ ਹੈਗਾ ਉਹ ਇਕੁਅਲੀ ਇੰਪੋਰਟੈਂਟ ਹੈਗਾ ਆਪਾਂ ਸਿਰਫ ਮਿਹਨਤੀਆਂ ਜਾਂ ਟੈਕਸ ਪੇਇੰਗ ਕਮਿਊਨਿਟੀਆਂ ਇਸ ਕਰਕੇ ਹੀ ਜਾਣੇ ਜਾਈਏ ਇਹ ਸਾਡੇ ਲਈ ਹੁਣ ਇਨਫ ਨਹੀਂ ਹੈਗਾ ਬਿਕੋਜ਼ ਸਾਡੀ ਆਉਣ ਵਾਲੀ ਜਨਰੇਸ਼ਨਸ ਨੇ ਇਸੇ ਕੰਟਰੀ 'ਚ ਰਹਿਣਾ ਹੈ ਉਹਨਾਂ ਨੂੰ ਤੁਸੀਂ ਉਹ ਬਣਾ ਕੇ ਦਿਓ ਮਾਹੌਲ ਬਣਾ ਕੇ ਦਿਓ ਕਿ ਉਹ ਆਪਣੇ ਪੰਜਾਬੀ ਵਿਰਸੇ ਨੂੰ ਲੈ ਕੇ ਬਹੁਤ ਪ੍ਰਾਊਡ ਫੀਲ ਕਰਨ ਤੇ ਆਉਣ ਵਾਲੀਆਂ ਨਸਲਾਂ ਉਹਨੂੰ ਆਪਣੇ ਸਿਰ ਤੇ ਪਹਿਨ ਕੇ ਅੱਗੇ ਪਹੁੰਚਣ ਉਹਦੇ ਲਈ ਜ਼ਰੂਰੀ ਹੈ ਕਿ ਆਪਾਂ ਸਾਰੇ ਮਿਲ ਕੇ ਪੋਲੀਟੀਕਲ ਅਰੀਨਾ ਵਿੱਚ ਵੀ ਉਤਰੀਏ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਇਹ ਕਹੂੰਗੀ ਕਿ ਡੂ ਰਨ ਫॉर ਸਮ ਕਾਈਂਡ ਆਫ ਆਫਿਸ ਫॉर श्योर ਤੁਹਾਨੂੰ ਪੋਲਿਟਿਕਸ ਜੁਆਇਨ ਕਰਨੀ ਚਾਹੀਦੀ ਆ ਐਕਟਿਵਲੀ ਪਾਰਟਿਸਿਪੇਟ ਕਰੋਗੇ ਤੁਹਾਨੂੰ ਜ਼ਿਆਦਾ ਪਤਾ ਲੱਗੇਗਾ ਕਿ ਪੋਲਿਟਿਕਸ ਵਿੱਚ ਹੋ ਕੀ ਰਿਹਾ ਹੈ ਤੇ ਉਹ ਆਉਣ ਵਾਲੀ ਜਨਰੇਸ਼ਨਸ ਲਈ ਬਹੁਤ ਇੰਪੋਰਟੈਂਟ ਹੈਗਾ ਆਪਾਂ ਨੂੰ ਨੌਲੇਜ ਮਿਲਦੀ ਆ ਤੇ ਆਪਾਂ ਨੂੰ ਐਕਟਿਵਲੀ ਪਤਾ ਲੱਗਦਾ ਹੈ ਕਿ ਰਿਐਲਿਟੀ ਵਿੱਚ ਕੀ ਚੀਜ਼ ਸਾਡੀ ਕਮਿਊਨਿਟੀ ਲਈ ਵਰਕ ਕਰ ਰਹੀ ਆ ਤੇ ਕੀ ਨਹੀਂ ਕੰਮ ਕਰ ਰਹੀ ਆ ਸ਼ੁਕਰੀਆ ਨਿਸ਼ਾ ਜੀ ਬਹੁਤ ਵਧੀਆ ਰਹੀ ਸਾਡੀ ਡਿਸਕਸ਼ਨ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਜਨਰਲ ਚੋਣਾਂ ਸਿਰ ਤੇ ਨੇ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਤੁਸੀਂ ਵੀ ਸਾਰੇ ਵੋਟ ਜ਼ਰੂਰ ਕਰਨ ਜਾਓ ਹੋ ਸਕੇ ਤਾਂ ਪੋਲਿੰਗ ਬੂਥ ਤੇ ਜਾ ਕੇ ਵੋਟ ਕਰੋ ਔਰ ਆਪਣੇ ਕੈਂਡੀਡੇਟ ਨੂੰ ਕਿਹਨੂੰ ਤੁਸੀਂ ਵੋਟ ਪਾਣੀ ਹੈ ਉਹਦੇ ਬਾਰੇ ਪਿਛੋਕੜ ਉਹਦੇ ਕੰਮਾਂ ਕਾਜਾਂ ਬਾਰੇ ਉਹਦੇ ਜਿਹੜੇ ਇਸ਼ੂਜ਼ ਨੇ ਉਹਦੇ ਬਾਰੇ ਜ਼ਰੂਰ ਇੱਕ ਵਾਰ ਜਾਣਕਾਰੀ ਹਾਸਲ ਕਰੋ ਔਰ ਚੁਣ ਕੇ ਸਹੀ ਕੈਂਡੀਡੇਟ ਨੂੰ ਆਪਣਾ ਵੋਟ ਪਾਓ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ ਸਾਡਾ ਪਤਾ ਹੈ feedback@ptcnetwork.com ਅਗਲੇ ਹਫਤੇ ਨਵੇਂ ਮੁੱਦੇ ਦੇ ਵਿੱਚ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ